ਸਤਿ ਸ਼੍ਰੀ ਅਕਾਲ ਫਰੈਂਡਸ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਸੋ ਕਿ ਤੁਹਾਨੂੰ ਕੱਲ ਮੈਂ ਵੀਡੀਓ ਦੇ ਵਿੱਚ ਦੱਸ ਹੀ ਦਿੱਤਾ ਸੀ ਕਿ ਆਪਾਂ ਆਪਣੇ ਚੈਨਲ ਦਾ ਨਾਮ ਚੇਂਜ ਕਰਕੇ ਜੀਕੇ ਇਨ ਪੰਜਾਬੀ ਤੋਂ ਜੀਕੇ ਅਕੈਡਮੀ ਪੰਜਾਬ ਕਰ ਦਿੱਤਾ ਹੈ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਹੁਣ ਆਪਣੀ ਜੋ ਵੀ ਜੀਕੇ ਦੀਆਂ ਕਲਾਸਾਂ ਹੋਣਗੀਆਂ ਅੱਗੇ ਤੋਂ ਸਾਰੀਆਂ ਪੰਜਾਬੀ ਅਤੇ ਇੰਗਲਿਸ਼ ਦੋਨੇ ਭਾਸ਼ਾ ਦੇ ਵਿੱਚ ਹੋਣਗੀਆਂ। ਠੀਕ ਹੈ ਜੀ। ਜੋ ਤੁਹਾਨੂੰ PDF ਹੈ ਉਹ ਵੀ ਤੁਹਾਨੂੰ ਪੰਜਾਬੀ ਅਤੇ ਇੰਗਲਿਸ਼ ਦੋਵਾਂ ਦੇ ਵਿੱਚ ਮਿਲੇਗਾ। ਠੀਕ ਹੈ ਜੀ। ਸੋ ਇਸ ਤੋਂ ਪਹਿਲਾਂ ਜੋ ਕਲਾਸਾਂ ਆਪਣੀਆਂ 15 ਕਲਾਸਾਂ ਹੋ ਚੁੱਕੀਆਂ ਨੇ ਟੋਟਲ, ਹਿਸਟਰੀ, ਪੋਲਿਟੀ ਅਤੇ ਆਪਣੀਆਂ ਪੰਜਾਬ ਜੀਕੇ, ਇਹ ਤੁਹਾਨੂੰ ਕਲਾਸਾਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਮਿਲ ਜਾਣਗੀਆਂ। ਅਤੇ ਇਹਦਾ ਕੰਟੈਂਟ ਵੀ ਆਪਾਂ ਇੰਗਲਿਸ਼ ਦੇ ਵਿੱਚ ਅਪਡੇਟ ਕਰ ਦੇਵਾਂਗੇ, ਇਕੱਲੇ ਪੰਜਾਬ ਜੀਕੇ ਨੂੰ ਛੱਡ ਕੇ। ਪੰਜਾਬ ਜੀਕੇ ਆਪਾਂ ਸਿਰਫ ਤੇ ਸਿਰਫ ਪੰਜਾਬੀ ਭਾਸ਼ਾ ਦੇ ਵਿੱਚ ਹੀ ਕਰਾਂਗੇ। ਬਾਕੀ ਹਿਸਟਰੀ ਤੇ ਪੋਲਿਟੀ ਤੇ ਬਾਕੀ ਜੋ ਵੀ ਸਬਜੈਕਟ ਆਪਣੇ ਅੱਗੇ ਆਪਾਂ ਸਟਾਰਟ ਕਰਾਂਗੇ ਉਹ ਸਾਰੇ ਆਪਾਂ ਬਾਈਲੈਂਗੁਅਲ ਕਰਾਂਗੇ। ਠੀਕ ਹੈ ਜੀ। ਸੋ ਅੱਜ ਆਪਾਂ ਜੋ ਕਰਨ ਜਾ ਰਹੇ ਹਾਂ, ਸਭ ਤੋਂ ਪਹਿਲਾਂ ਆਪਾਂ ਇੰਡੀਅਨ ਫਰੀडम ਸਟਰਗਲ ਆਪਾਂ 1908 ਤੱਕ ਕਰ ਚੁੱਕੇ ਹਾਂ ਪਹਿਲਾਂ। ਠੀਕ ਹੈ ਜੀ। ਹੁਣ ਆਪਾਂ ਸ਼ੁਰੂ ਕਰ ਰਹੇ ਹਾਂ। ਅੱਜ ਆਪਾਂ 1909 ਤੋਂ ਲੈ ਕੇ 1914 ਤੱਕ ਕਰਾਂਗੇ। ਠੀਕ ਹੈ ਜੀ। 13 ਲਿਖਿਆ ਇੱਥੇ, 14 ਤੱਕ ਕਰਾਂਗੇ ਆਪਾਂ। ਇਹਦੇ ਵਿੱਚ ਆਪਾਂ ਕੀ ਕਰਾਂਗੇ ਜੀ। ਇੱਕ ਤਾਂ ਗੌਰਮੈਂਟ ਆਫ ਇੰਡੀਆ ਐਕਟ 1909 ਇਹ ਕਰਾਂਗੇ। ਦਿੱਲੀ ਦਰਬਾਰ ਜੋ ਹੋਇਆ ਸੀ 1911 ਦੇ ਵਿੱਚ ਇਹ ਕਰਾਂਗੇ। ਦਿੱਲੀ ਲਾਹੌਰ ਕੌਨਸਪਰੈਂਸੀ ਕੇਸ ਹੋਇਆ ਸੀ 12 'ਚ ਇਹ ਵੀ ਕਰਾਂਗੇ। ਗਦਰ ਪਾਰਟੀ ਦੀ ਸਥਾਪਨਾ ਹੋਈ ਸੀ 1913 ਦੇ ਵਿੱਚ ਇਹ ਵੀ ਕਰਾਂਗੇ। ਕਾਮਾਗਾਟਾ ਮਾਰੂ ਇੰਸੀਡੈਂਟ ਹੋਇਆ ਸੀ ਜਿਹੜਾ, ਇਹ ਵੀ ਕਰਾਂਗੇ। ਸੋ ਦੋਵੇਂ ਭਾਸ਼ਾ 'ਚ ਕਰਾਂਗੇ। ਠੀਕ ਹੈ ਜੀ। ਪੰਜਾਬੀ ਤੇ ਇੰਗਲਿਸ਼ ਦੋਨਾਂ 'ਚ। ਸੋ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਜੀ ਇੰਡੀਅਨ ਕੌਂਸਲ ਐਕਟ 1909। ਠੀਕ ਹੈ ਜੀ। ਹੁਣ ਜਦੋਂ ਉਸ ਟਾਈਮ ਆਪਾਂ ਪਹਿਲੀਆਂ ਕਲਾਸਾਂ ਦੇ ਵਿੱਚ ਪੜ੍ਹਿਆ ਕਿ 1905 ਦੇ ਵਿੱਚ ਜੋ ਬੰਗਾਲ ਦੀ ਵੰਡ ਕਰਤੀ ਸੀ, ਈਸਟ ਬੰਗਾਲ ਤੇ ਵੈਸਟ ਬੰਗਾਲ ਬਣਾਤਾ ਸੀ। ਉਸ ਤੋਂ ਬਾਅਦ ਜੋ ਆਪਣੀ ਬ੍ਰਿਟਿਸ਼ ਸਰਕਾਰ ਸੀਗੀ ਉਸ ਟਾਈਮ ਦੇ ਉੱਤੇ ਇੱਕ ਐਕਟ ਲੈ ਕੇ ਆਈ ਸੀ, ਇੰਡੀਅਨ ਕੌਂਸਲ ਐਕਟ 1909। ਠੀਕ ਆ, ਜਿਹਨੂੰ ਆਪਾਂ ਮੋਰਲੇ ਮਿੰਟੋ ਰਿਫਾਰਮ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ। ਆਪਾਂ ਨੂੰ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਆ ਜਾਂਦਾ ਕਿ ਇੰਡੀਅਨ ਕੌਂਸਲ ਐਕਟ ਨੂੰ ਹੋਰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ, ਮੋਰਲੇ ਮਿੰਟੋ ਰਿਫਾਰਮ ਦੇ ਨਾਲ। ਸੋ ਆਪਾਂ ਪਹਿਲਾਂ ਕਰਾਂਗੇ ਇਹਦਾ ਨਾਮ ਮੋਰਲੇ ਮਿੰਟੋ ਕਿਉਂ ਕਹਿੰਦੇ ਆਪਾਂ। ਸੋ ਇਹਦੇ ਵਿੱਚ ਜੀ ਮਿੰਟੂ ਵਾਇਸਰਾਏ ਸੀਗੇ, ਇਹਦੇ ਵਿੱਚ ਤੇ ਮੋਰਲੇ ਰਾਜ ਦਾ ਸਕੱਤਰ ਯਾਨੀ ਕਿ ਸੈਕਟਰੀ ਆਫ ਸਟੇਟ ਸੀ, ਤੇ ਇਹ ਸੀਗੇ ਵਾਇਸਰਾਏ। ਠੀਕ ਆ। ਸੋ ਨਾਲ ਦੀ ਨਾਲ ਆਪਣਾ ਇੰਗਲਿਸ਼ ਦੇ ਵਿੱਚ ਵੀ ਸਾਰਾ ਡਾਟਾ ਤੁਹਾਨੂੰ ਦਿੱਤਾ ਹੋਇਆ ਤਾਂ ਕਿ ਜੋ ਵੀ ਸਟੂਡੈਂਟ ਇੰਗਲਿਸ਼ ਦੇ ਵਿੱਚ ਪੜ੍ਹਨਾ ਚਾਹੁੰਦਾ ਹੈ ਉਹ ਇੰਗਲਿਸ਼ ਦੇ ਵਿੱਚ ਵੀ PDF ਤੋਂ ਰੀਡ ਕਰ ਸਕਦਾ। ਸੋ ਨਾਲ ਦੀ ਨਾਲ ਆਪਾਂ ਐਕਸਪਲੇਨ ਵੀ ਕਰੀ ਜਾਵਾਂਗੇ। ਪਹਿਲੀ ਵਾਰ ਵਾਇਸਰਾਏ ਨੂੰ ਦੀ ਕਾਰਜਕਾਰੀ ਕੌਂਸਲ ਵਿੱਚ ਭਰਤੀ ਹੋਈ, ਪਹਿਲੀ ਵਾਰ ਕਿਸੇ ਇੰਡੀਅਨ ਦੀ, ਠੀਕ ਹੈ ਜੀ, ਪਹਿਲੀ ਵਾਰ ਕਿਸੇ ਭਾਰਤੀ ਦੀ ਵਾਇਸਰਾਏ ਕੌਂਸਲ ਦੇ ਵਿੱਚ ਭਰਤੀ ਕੀਤੀ ਸੀ। ਇੰਡੀਅਨ ਫॉर ਦਾ ਫਸਟ ਟਾਈਮ ਇਨ ਦਾ ਐਗਜ਼ੀਕਿਊਟਿਵ ਕਾਉਂਸਲ ਆਫ ਦਾ ਵਾਇਸਰਾਏ। ਠੀਕ ਆ। ਅੱਗੇ ਆ ਗਿਆ ਨੈਕਸਟ ਪੁਆਇੰਟ ਆਪਣਾ ਸੀਗਾ ਵਾਇਸਰਾਏ ਕਾਰਜਕਾਰੀ ਕੌਂਸਲ। ਜਿਹੜੀ ਇਹ ਕਾਰਜਕਾਰੀ ਕੌਂਸਲ ਸੀਗੀ, ਠੀਕ ਹੈ ਜੀ, ਜੋ ਐਗਜ਼ੀਕਿਊਟਿਵ ਕੌਂਸਲ ਸੀਗੀ ਜਿਹੜੀ, ਇਹਦੇ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ ਕੌਣ ਸੀ? ਸਤਿੰਦਰ ਪ੍ਰਸਾਦ ਸਿਨਹਾ। ਠੀਕ ਹੈ ਜੀ। ਇਹ ਤੁਸੀਂ ਯਾਦ ਕਰਨਾ ਮਨਾ, ਪੇਪਰ ਦੇ ਵਿੱਚ ਇਹ ਪੁੱਛਿਆ ਜਾਂਦਾ ਕਿ ਪਹਿਲਾ ਭਾਰਤੀ ਕੌਣ ਸੀਗਾ? ਸਤਿੰਦਰ ਪ੍ਰਸਾਦ ਸਿਨਹਾ 1909 'ਚ। ਨੈਕਸਟ ਆ ਗਿਆ ਜੀ ਸਾਡੇ ਕੋਲੇ ਕੇਂਦਰੀ ਅਤੇ ਅਸਥਾਈ ਵਿਧਾਨ ਸਭਾਵਾਂ ਦਾ ਵਿਸਥਾਰ ਕੀਤਾ ਗਿਆ। ਸੈਂਟਰਲ ਐਂਡ ਪ੍ਰੋਵੀਜ਼ਨਲ ਲੈਜਿਸਲੇਟਿਵ ਅਸੈਂਬਲੀਜ਼ ਵਰ ਐਕਸਪੈਂਡਡ। ਠੀਕ ਹੈ ਜੀ। ਜ਼ਿਆਦਾ ਵਧਾਇਆ ਗਿਆ। ਪਹਿਲਾਂ ਇਹਦੇ ਮੈਂਬਰਾਂ ਦੀ ਗਿਣਤੀ 16 ਸੀਗੀ, ਹੁਣ ਇਹਨਾਂ ਨੇ ਚੱਕ ਕੇ 60 ਕਰਤੀ। ਠੀਕ ਹੈ ਜੀ। ਕੌਂਸਲ ਵਿੱਚ ਭਾਰਤੀਆਂ ਨੂੰ ਆਰਥਿਕ ਮਾਮਲਿਆਂ ਤੇ ਕੁਝ ਵੋਟਿੰਗ ਅਧਿਕਾਰਾਂ ਤੇ ਚਰਚਾ ਕਰਨ ਦੀ ਵੀ ਇਜਾਜ਼ਤ ਮਿਲ ਗਈ। ਠੀਕ ਹੈ ਜੀ। ਕੁਝ ਜੋ ਵੀ ਇਕਨੋਮਿਕਸ ਮੈਟਰ ਸੀਗੇ ਆਪਣੇ ਤੇ ਸਰਟਨ ਕੁਝ ਵੋਟਿੰਗ ਅਧਿਕਾਰ ਵੀ ਇਹਨਾਂ ਨੂੰ ਦਿੱਤੇ ਸੀ ਕਿ ਤੁਸੀਂ ਜੋ ਭਾਰਤ ਦੇ ਜੋ ਮੈਂਬਰ ਉਹਦੇ ਵਿੱਚ ਰੱਖੇ ਸੀਗੇ ਤੇ ਉਹ ਕਰ ਸਕਦੇ ਸੀ। ਠੀਕ ਹੈ ਜੀ। ਨੈਕਸਟ ਆਪਾਂ ਕਰਾਂਗੇ ਵੱਖਰੇ ਇਲੈਕਟੋਰੇਟ। ਠੀਕ ਹੈ ਜੀ। ਇਹਦੇ ਵਿੱਚ ਜਾਣੀ ਕਿ ਇਹਦੇ ਤਹਿਤ ਇਹਨਾਂ ਨੇ ਮੁਸਲਮਾਨਾਂ ਨੂੰ ਸਿਰਫ ਮੁਸਲਮਾਨ ਵੋਟਰਾਂ ਦੁਆਰਾ ਹੀ ਚੁਣਿਆ ਜਾਂਦਾ ਸੀ। ਠੀਕ ਹੈ ਜੀ। ਜੋ ਜਿਨ੍ਹਾਂ ਨੂੰ ਵੀ ਹੋ ਗਈ ਸੀ ਇਹਨਾਂ ਨੇ ਸੈਪਰੇਟ ਇਲੈਕਟੋਰੇਟ ਲੈ ਕੇ ਆਏ ਸੀ। ਠੀਕ ਹੈ ਜੀ। ਪਹਿਲੀ ਵਾਰ ਵੱਖਵਾਦ ਦਾ ਬੀਜ ਬੀਜਿਆ ਗਿਆ ਇਹਦੇ ਵਿੱਚ। ਸੋ ਇਹ ਆਪਾਂ ਇੰਡੀਅਨ ਪੋਲਿਟੀ ਦੇ ਵਿੱਚ ਜਦੋਂ ਆਪਾਂ ਪਹਿਲਾਂ ਐਕਟ ਕੀਤੇ ਸੀ ਨਾ, ਹਿਸਟੋਰਿਕ ਬੈਕਗਰਾਊਂਡ, ਉਹਦੇ ਵਿੱਚ ਵੀ ਇਹ ਕੀਤਾ ਹੋਇਆ ਵਾ। ਠੀਕ ਹੈ। ਪੂਰਾ ਡਿਟੇਲ ਦੇ ਵਿੱਚ ਕੀਤਾ ਹੋਇਆ। ਸੀਡ ਸੈਪਰੇਸ਼ਨ ਦੀ ਸੀਡ ਜਿਹੜੀ ਫਸਟ ਟਾਈਮ ਸੌਨ ਹੋਈ ਸੀ ਇਹ 'ਚ 1909 'ਚ ਐਕਟ ਨੇ ਫਿਰਕਾ ਪ੍ਰਸਤੀ ਕਮਿਊਨਿਜ਼ਮ ਨੂੰ ਕਾਨੂੰਨੀ ਰੂਪ ਦਿੱਤਾ। ਠੀਕ ਹੈ ਜੀ। 1909 ਐਕਟ ਗੈਵ ਦਾ ਲੀਗਲ ਫਾਰਮ ਆਫ ਦਾ ਕਮਿਊਨਲਿਜ਼ਮ। ਠੀਕ ਹੈ ਜੀ। ਜੋ ਆਪਾਂ ਕਰ ਲਿਆ ਹੋਇਆ। ਮਿੰਟੂ ਨੂੰ ਕਮਿਊਨਲ ਇਲੈਕਟੋਰੇਟ ਦਾ ਪਿਤਾਮਾ ਕਿਹਾ ਜਾਂਦਾ। ਠੀਕ ਹੈ ਜੀ। ਆਪਾਂ ਨੂੰ ਇਹ ਕੁਐਸਚਨ ਪੇਪਰ ਦੇ ਵਿੱਚ ਕਾਫੀ ਵਾਰ ਰਿਪੀਟ ਹੋਇਆ ਵਾ, ਸੋ ਇਹ ਤੁਸੀਂ ਯਾਦ ਰੱਖਣਾ, ਲਾਰਡ ਮਿੰਟੂ ਨੂੰ ਕਿਹਾ ਜਾਂਦਾ ਪਿਤਾਮਾ। ਠੀਕ ਹੈ ਜੀ। ਹੁਣ ਆਪਣਾ 1909 ਦਾ ਹੋ ਗਿਆ ਹੋਇਆ ਵਾ ਐਕਟ, ਇਹ ਆਪਾਂ ਡਿਟੇਲ ਦੇ ਵਿੱਚ ਕੀਤਾ ਹੋਇਆ ਵਾ। ਸੋ ਇਹਦੇ ਵਿੱਚ ਜ਼ਿਆਦਾਤਰ ਇਹੀ 3 ਕੁਐਸਚਨ ਬਣ ਗਏ, ਉਹ ਆਪਾਂ ਕੁਐਸਚਨ ਦੇ ਵਿੱਚ ਕਵਰ ਕੀਤੇ ਹੋਏ ਆ। ਹੁਣ ਅੱਗੇ ਆ ਗਿਆ ਜੀ ਆਪਣਾ ਮੋਸਟ ਇੰਪੋਰਟੈਂਟ ਜਿਹੜਾ ਟੌਪਿਕ ਆ, 1911 ਦੇ ਵਿੱਚ ਇੱਕ ਦਿੱਲੀ ਦਰਬਾਰ ਆਯੋਜਿਤ ਕੀਤਾ ਸੀ ਇਹਨਾਂ ਨੇ, ਬ੍ਰਿਟਿਸ਼ਰ ਨੇ। ਸੋ ਆਹ ਦੇਖੋ ਇੱਧਰ, ਇਹਦੇ ਵਿੱਚ ਆਹ ਦੇਖੋ ਜੀ, ਦਿੱਲੀ ਦਰਬਾਰ ਸੀਗਾ। ਠੀਕ ਆ ਜੀ। ਇਹਦੇ ਵਿੱਚ ਕਿਉਨ ਮੈਰੀ ਤੇ ਜੌਰਜ ਆਪਣਾ 5th ਆਏ ਸੀ। ਠੀਕ ਆ ਜੀ। ਇਹਦੇ ਵਿੱਚ ਇਹ ਇੰਗਲੈਂਡ ਦਾ ਮਹਾਰਾਜਾ ਸੀ ਤੇ ਇਹ ਇੰਗਲੈਂਡ ਦੀ ਮਹਾਰਾਣੀ ਸੀ। ਠੀਕ ਆ ਜੀ। ਹੁਣ ਆਹ ਦੇਖੋ ਜੀ, ਇਹਦੇ ਵਿੱਚ ਜਾਣੀ ਕਿ ਮੇਨ ਦੇਖਣ ਵਾਲੀ ਚੀਜ਼ ਇਹ ਸੀ ਕਿ ਇਹਦੇ ਵਿੱਚ ਜੋ ਵੀ ਆਪਣੇ ਰਾਜੇ ਮਹਾਰਾਜੇ ਉਸ ਸਮੇਂ ਪ੍ਰਿੰਸਲੀ ਸਟੇਟ ਦੇ ਜੋ ਆਪਣੇ ਸੀਗੇ ਰਾਜੇ ਸੀ, ਉਹਨਾਂ ਨੇ ਇਹਦਾ ਵੈਲਕਮ ਕੀਤਾ ਸੀ। ਲਾਰਡ ਹਾਰਡਿੰਗ ਉਸ ਟਾਈਮ ਦੇ ਉੱਤੇ ਇਹਦੇ ਆਪਣੇ ਉਸ ਟਾਈਮ ਦੇ ਵਾਇਸਰਾਏ ਸੀ, ਉਹਨੇ ਸਾਰਾ ਪ੍ਰਬੰਧਨ ਕੀਤਾ ਸੀ। ਸੋ ਇਹਦੇ ਵਿੱਚ ਆਹ ਦੇਖੋ ਇੱਧਰ ਤੁਹਾਡੇ ਇਹ ਵੀ ਬੈਠੇ ਹੋਏ ਨੇ ਰਾਜਿਆਂ ਦੇ ਜੋ ਆਪਣੇ ਪੁੱਤਰ ਸੀਗੇ ਨਾ, ਠੀਕ ਆ, ਸਨ, ਉਹ ਬੈਠੇ ਹੋਏ ਨੇ। ਸੋ ਅੱਗੇ ਆਪਾਂ ਕਰਾਂਗੇ ਜੀ। ਤੇ ਇਸ ਦੇ ਵਿੱਚ ਹੋਇਆ ਕੀ ਸੀ? ਠੀਕ ਹੈ ਜੀ। ਇਹਦਾ ਜੀ 12 ਦਸੰਬਰ 1911 ਨੂੰ ਹੋਇਆ ਸੀ ਇਹ ਜਿਹੜੀ ਇਹ ਸੈਰਮਨੀ ਹੋਈ ਸੀ। ਕਿਹਦੇ ਹੋ ਜੋ ਸੀ? ਕਿੰਗ ਜਾਰਜ ਤੇ ਕੁਈਨ ਮੈਰੀ। ਠੀਕ ਹੈ ਜੀ। ਕਿੰਗ ਜਾਰਜ ਤੇ ਕੁਈਨ ਮੈਰੀ ਦੇ ਸਨਮਾਨ 'ਚ ਹੋਈ ਸੀ। ਕਿਉਂ ਕੀਤੀ ਸੀ ਇਹ?
ਕਹਿੰਦਾ ਦਿੱਲੀ ਦਰਬਾਰ ਦਾ ਇਰਾਦਾ ਪਤਾ ਕੀ ਸੀ? ਇਹਦਾ ਇਰਾਦਾ ਸੀ ਕਿ ਇਤਿਹਾਸ ਦੀਆਂ ਸਭ ਤੋਂ ਮਹਾਨ ਘਟਨਾਵਾਂ ਵਿੱਚੋਂ ਇੱਕ ਬਣ ਜਾਵੇ ਪਹਿਲਾਂ ਤਾਂ, ਜਿਸ ਵਿੱਚ ਰਾਜਾ ਅਤੇ ਰਾਣੀ ਨੂੰ ਭਾਰਤ ਦਾ ਸਮਰਾਟ ਅਤੇ ਮਹਾਰਾਣੀ ਦਾ ਨਾਮ ਦਿੱਤਾ ਗਿਆ। ਜਾਣੀ ਕਿ ਇਹ ਜਿਹੜੇ ਕਿੰਗ ਜਾਰਜ ਸੀ, ਕਿਊਨ ਮੈਰੀ ਸੀ, ਇਹਨੂੰ ਭਾਰਤ ਦਾ ਸਮਰਾਟ ਬਣਾਇਆ ਸੀ ਕਿੰਗ ਜਾਰਜ ਨੂੰ, ਤੇ ਕਿਊਨ ਮੈਰੀ ਨੂੰ ਮਹਾਰਾਣੀ ਦਾ ਨਾਮ ਦਿੱਤਾ ਸੀ। ਦਿੱਲੀ ਦਰਬਾਰ ਵਾਜ਼, ਸੋ ਇਹ ਇੰਗਲਿਸ਼ ਦੇ ਵਿੱਚ ਆ, ਤੁਸੀਂ ਪੜ੍ਹ ਲੈਣਾ ਵਾ ਜੋ ਵੀ ਬੱਚਾ ਆਪਣਾ ਪੜ੍ਹਨਾ ਚਾਹੁੰਦਾ, ਠੀਕ ਹੈ, ਇੰਗਲਿਸ਼ ਦੇ ਵਿੱਚ। ਨੈਕਸਟ ਆਪਾਂ ਕਰਾਂਗੇ ਜੀ 1911 ਦੇ ਦਿੱਲੀ ਦਰਬਾਰ ਦੌਰਾਨ। 1911 ਜਿਹੜੀ ਦਿੱਲੀ ਦਰਬਾਰ ਸੀ ਉਹ ਉਸ ਟਾਈਮ ਵਾਇਸਰਾਏ ਸੀਗਾ ਲਾਰਡ ਹਾਰਡਿੰਗ ਨੇ ਸਾਰੇ ਪ੍ਰਬੰਧ ਕੀਤੇ ਸੀ, ਠੀਕ ਹੈ ਜੀ। ਸੋ ਅੱਗੇ ਆ ਗਿਆ ਭਾਰਤੀ ਰਾਜਧਾਨੀ ਦਾ ਕਲਕੱਤਾ ਤੋਂ ਦਿੱਲੀ ਤਬਦੀਲ ਕਰਨਾ, ਠੀਕ ਹੈ ਜੀ। ਭਾਰਤ ਦੀ ਰਾਜਧਾਨੀ ਉਸ ਟਾਈਮ ਦੇ ਉੱਤੇ ਕੋਲਕਾਤਾ ਸੀਗੀ, ਠੀਕ ਆ, ਇਹਨੂੰ ਇਹਨਾਂ ਨੇ ਚੇਂਜ ਕਰਕੇ ਦਿੱਲੀ ਦੇ ਵਿੱਚ ਕਰਤੀ ਸੀ ਕਿ ਹੁਣ ਭਾਰਤ ਦੀ ਰਾਜਧਾਨੀ ਜੋ ਹੈ ਉਹ ਦਿੱਲੀ 'ਚ ਹੋਏਗੀ, ਠੀਕ ਆ। 1911 ਦੇ ਵਿੱਚ ਇਹਦਾ ਫੈਸਲਾ ਕੀਤਾ ਸੀ ਇਹਨਾਂ ਨੇ। ਸੋ ਇਸ ਤੋਂ ਅਗਰ ਆਪਾਂ ਪਹਿਲਾਂ ਗੱਲ ਕਰੀਏ ਨਾ, ਬ੍ਰਿਟਿਸ਼ਰ ਜਿਹੜੇ ਸੀਗੇ ਇਹਨਾਂ ਨੂੰ ਨਾ ਭਾਰਤ ਦੀ ਗਰਮੀ ਤੋਂ ਥੋੜ੍ਹਾ ਜਿਹਾ ਇਹਨਾਂ ਨੂੰ ਥੋੜ੍ਹਾ ਜਿਹਾ ਪ੍ਰੋਬਲਮ ਹੁੰਦੀ ਸੀ। ਸੋ ਇਹ ਨਾ ਜਦੋਂ ਬਹੁਤ ਜ਼ਿਆਦਾ ਗਰਮੀ ਪੈਣ ਲੱਗ ਜਾਂਦੀ ਹੁੰਦੀ ਸੀ ਮਈ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ, ਉਸ ਟਾਈਮ ਦੇ ਉੱਤੇ ਗਰਮੀਆਂ ਦੇ ਵਿੱਚ ਨਾ ਇਹ ਸ਼ਿਮਲਾ ਰਾਜਧਾਨੀ ਬਣਾ ਲੈਂਦੇ ਸੀ, ਜਾਣੀ ਕਿ ਆਪਦਾ ਸਾਰਾ ਜੋ ਵੀ ਇਹਨਾਂ ਦਾ ਸੀਗੇ, ਜੋ ਵੀ ਪਾਵਰਸ ਇਹਨਾਂ ਦਾ ਯੂਜ਼ ਕਰਨੀਆਂ ਹੁੰਦੀਆਂ ਸੀ, ਜੋ ਵੀ ਇਹਨਾਂ ਨੇ ਲਾਜ਼ ਵਗੈਰਾ ਬਣਾਉਣੇ ਹੁੰਦੇ ਸੀ ਜਾਂ ਜੋ ਵੀ ਕਰਨਾ ਡਿਸੀਜਨ ਲੈਣੇ ਹੁੰਦੇ ਸੀ, ਮੀਟਿੰਗਸ ਵਗੈਰਾ, ਉਹ ਸਾਰੀਆਂ ਸ਼ਿਮਲਾ ਦੇ ਵਿੱਚ ਕਰਦੇ ਸੀਗਾ। 1963 ਦੇ ਵਿੱਚ ਸ਼ਿਮਲਾ ਕੈਪੀਟਲ ਸੀਗੀ, ਠੀਕ ਹੈ ਇਹਨਾਂ ਦੀ। ਵੈਸੇ ਪਹਿਲਾਂ ਕੋਲਕਾਤਾ ਸੀ, ਉਸ ਤੋਂ ਬਾਅਦ ਹੁਣ 1911 ਤੋਂ ਇਹਨਾਂ ਨੇ ਫੈਸਲਾ ਲਿਆ ਕਿ ਹੁਣ ਦਿੱਲੀ ਹੋਵੇਗੀ। ਹੁਣ ਜੀ ਇਹਦੇ ਵਿੱਚ ਇੱਕ ਹੋਰ ਕੰਮ ਹੈ ਕਿ ਰਵਿੰਦਰ ਨਾਥ ਟੈਗੋਰ ਨੂੰ ਜਿਹੜਾ ਕਿ ਕਿੰਗ ਜਾਰਜ 5 ਨੇ 1915 ਦੇ ਵਿੱਚ ਨਾਈਟਹੁੱਡ ਪੁਰਸਕਾਰ ਦੇਣ ਦਾ ਐਲਾਨ ਕੀਤਾ, ਠੀਕ ਹੈ ਜੀ। ਉਹਨੇ ਕਿਹਾ ਕਿ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਸੀ। ਕਾਹਦੇ ਲਈ ਦਿੱਤਾ ਸੀ, ਠੀਕ ਹੈ, ਉਸ ਟਾਈਮ ਦੇ ਉੱਤੇ? ਉਸ ਟਾਈਮ ਲਾਰਡ ਹਾਰਡਿੰਗ ਹੀ ਆਪਣੇ ਵਾਇਸਰਾਏ ਸੀ, ਉਹਨੂੰ ਸਾਹਿਤ ਲਿਟਰੇਚਰ ਦੇ ਵਿੱਚ ਦੇ ਪਰਫਾਰਮੈਂਸ ਲਈ ਇਹਨਾਂ ਨੂੰ ਦਿੱਤਾ ਸੀ, ਠੀਕ ਹੈ, ਨਾਈਟਹੁੱਡ ਦਾ। ਸੋ ਇਹ ਪੇਪਰ ਦੇ ਵਿੱਚ ਕੁਐਸਚਨ ਬਣਦਾ ਵਾ ਆਪਾਂ ਨੂੰ ਕਿ ਨਾਈਟਹੁੱਡ ਦਾ ਟਾਈਟਲ ਕਿਸ ਨੂੰ ਦਿੱਤਾ ਗਿਆ, ਠੀਕ ਹੈ ਜੀ, ਰਵਿੰਦਰ ਨਾਥ ਟੈਗੋਰ ਨੂੰ। ਉਹਨਾਂ ਨੇ 1919 ਦੇ ਵਿੱਚ ਜੋ ਜਲਿਆਂਵਾਲਾ ਬਾਗ ਦਾ ਸਾਕਾ ਹੋਇਆ ਸੀ, ਠੀਕ ਹੈ ਜੀ, ਜਿਸ ਦੇ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸੀ, ਠੀਕ ਹੈ ਜੀ। ਸੋ ਉਹਦੇ ਵਿੱਚ ਇਹਨਾਂ ਨੇ ਉਹਦੇ ਵਿਰੋਧ ਦੇ ਵਿੱਚ ਆ ਕੇ ਇਹਨਾਂ ਨੇ ਇਹ ਪੁਰਸਕਾਰ ਵਾਪਸ ਕਰ ਦਿੱਤਾ ਸੀ, ਠੀਕ ਆ। ਨੈਕਸਟ ਜੀ ਇਹ ਇੰਗਲਿਸ਼ ਦੇ ਵਿੱਚ ਤੁਸੀਂ ਪੜ੍ਹ ਲੈਣਾ। ਨੈਕਸਟ ਆ ਗਿਆ ਜੀ ਸਾਡੇ ਕੋਲ 1911 ਵਿੱਚ ਜਾਰਜ 5 ਵੱਲੋਂ ਐਲਾਨ ਕੀਤਾ ਗਿਆ, ਠੀਕ ਹੈ ਜੀ। ਉਹਨੇ ਕਿਹਾ ਜੀ, ਲਾਰਡ ਹਾਰਡਿੰਗ ਨੇ, ਇਹਨਾਂ ਨੇ ਕਿਹਾ ਜੀ ਬੰਗਾਲ ਦੀ ਵੰਡ ਨੂੰ ਵੀ ਇਹਨਾਂ ਨੇ ਅਬੋਲਿਸ਼ ਕਰਤਾ ਸੀ, ਠੀਕ ਹੈ, ਕਿਉਂਕਿ ਵੰਡ ਦੇ ਵਿਰੁੱਧ ਸਾਰੇ ਪਾਸੇ ਦੰਗੇ ਤੇ ਹਿੰਸਾ ਫੈਲਣ ਲੱਗ ਗਈ ਸੀ। ਇੱਕ ਤਾਂ ਸਵਦੇਸ਼ੀ ਬਾਈਕਾਟ ਅੰਦੋਲਨ ਸ਼ੁਰੂ ਹੋ ਗਿਆ। ਇਹਨਾਂ ਨੂੰ ਥੋੜ੍ਹਾ ਜਿਹਾ ਡਰ ਪੈ ਗਿਆ ਸੀਗਾ ਵੀ ਹੁਣ ਇਸ ਦੇ ਨਾਲ ਤਾਂ ਵੀ ਕੰਮ ਖਰਾਬ ਹੋ ਜਾਏਗਾ, ਕਿਉਂਕਿ ਇਸ ਦੇ ਨਾਲ ਤਾਂ ਦੰਗੇ ਹੋਰ ਭੜਕ ਸਕਦੇ ਆ। ਸੋ ਆਪਣੀ ਥੋੜ੍ਹਾ ਜਿਹਾ ਰਾਜ ਥੋੜ੍ਹਾ ਜਿਹਾ ਹੋ ਸਕਦਾ, ਕਮਜ਼ੋਰ ਹੋ ਸਕਦਾ। ਸੋ ਇਹਨਾਂ ਨੇ ਇਹਨੂੰ ਖਤਮ ਕਰਤਾ ਸੀ, ਠੀਕ ਹੈ ਜੀ। ਸੋ ਇਹ ਵੀ ਜਾਰਜ 5ਵੇਂ ਦੀ ਫੇਰੀ ਦੇ ਟਾਈਮ ਦੇ ਉੱਤੇ ਹੀ ਸੀਗਾ, ਜਾਰਜ 5 ਦੀ ਟਾਈਮ 'ਤੇ, ਠੀਕ ਹੈ। ਆਹ ਇੰਗਲਿਸ਼ ਦੇ ਵਿੱਚ ਦਿੱਤਾ ਹੋਇਆ, ਤੁਸੀਂ ਪੜ੍ਹ ਲੈਣਾ, ਸੇਮ ਟੂ ਸੇਮ ਉਹੀ ਚੀਜ਼ ਹੈ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਸਾਡੇ ਕੋਲ ਲਾਹੌਰ ਕੌਂਸਪੀਰੈਂਸੀ ਕੇਸ। ਦਿੱਲੀ ਲਾਹੌਰ ਕੌਂਸਪੀਰੈਂਸੀ ਕੇਸ ਆਇਆ ਸੀ ਇਹ, ਠੀਕ ਹੈ ਜੀ, 1912 'ਚ ਹੋਇਆ ਸੀ। ਇਹ ਦਿੱਲੀ ਸਾਜ਼ਿਸ਼ ਕੇਸ ਵਜੋਂ ਵੀ ਜਾਣਿਆ ਜਾਂਦਾ ਵਾ, ਠੀਕ ਹੈ ਜੀ, ਆਲਸੋ ਨੋਨ ਐਜ਼ ਦਿੱਲੀ ਕੌਂਸਪੀਰੈਂਸੀ ਕੇਸ। ਇਹ ਭਾਰਤ ਦੇ ਤਤਕਾਲੀ ਵਾਇਸਰਾਏ, ਉਸ ਟਾਈਮ ਦੇ ਉੱਤੇ ਵਾਇਸਰਾਏ ਸੀਗਾ ਜੀ ਲਾਰਡ ਹਾਰਡਿੰਗ 2, ਠੀਕ ਹੈ, ਲਾਰਡ ਹਾਰਡਿੰਗ 2 ਸੀਗਾ ਉਸ ਟਾਈਮ ਦੇ ਉੱਤੇ। ਉਹਦੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਹੜੇ ਆਪਣੇ ਰੈਵੋਲੂਸ਼ਨਰੀ ਸੀਗੇ ਨਾ ਉਸ ਟਾਈਮ ਦੇ ਉੱਤੇ, ਉਹ ਚਾਹੁੰਦੇ ਸੀ, ਕ੍ਰਾਂਤੀਕਾਰੀਆਂ ਨੇ ਸੋਚਿਆ ਕਿ ਇਸ ਤਰ੍ਹਾਂ ਦਾ ਗੱਲ ਬਣ ਹੀ ਨਹੀਂ ਗਈ ਵੀ ਜਿਸ ਤਰ੍ਹਾਂ ਕਾਂਗਰਸ ਦੇ ਲੀਡਰਸ ਵੀ ਕਰਦੇ ਨੇ, ਮੋਡਰੇਟਸ ਵਗੈਰਾ ਹੋ ਗਏ ਜਾਂ ਐਕਸਟਰੀਮਿਸਟ ਵੀ ਹੋ ਗਏ, ਉਹ ਵੀ। ਸੋ ਆਪਾਂ ਨੂੰ ਕੁਛ ਇੱਦਾਂ ਦਾ ਬੰਬ ਧਮਾਕਾ ਵਗੈਰਾ ਕਰਨੇ ਪੈਣੇ ਆ ਵੀ ਜਿਹਦੇ ਨਾਲ ਇਹ ਡਰਨ, ਬ੍ਰਿਟਿਸ਼ਰ ਆਪਣੇ ਤੋਂ ਡਰਨ, ਠੀਕ ਹੈ ਜੀ। ਸੋ ਇਹਨਾਂ ਨੇ ਕੀ ਕੀਤਾ ਜੀ, ਕ੍ਰਾਂਤੀਕਾਰੀਆਂ ਦੀ ਅਗਵਾਈ ਉਸ ਟਾਈਮ ਰਾਸ ਬਿਹਾਰੀ ਬੋਸ ਕਰ ਰਹੇ ਸੀ, ਠੀਕ ਹੈ ਜੀ, ਰਾਸ ਬਿਹਾਰੀ ਬੋਸ। ਸੋ ਇਹਨਾਂ ਨੇ ਜੀ ਇੱਕ ਰਸਮੀ ਜਲੂਸ ਦੌਰਾਨ, ਰਸਮੀ ਜਲੂਸ ਚੱਲ ਰਿਹਾ ਸੀ ਉਸ ਟਾਈਮ ਦੇ ਉੱਤੇ, ਤੇ ਇਹਨਾਂ ਨੇ ਵਾਇਸਰਾਏ ਦੀ ਜਿਹੜੇ ਹਾਥੀ ਗੱਡੀ ਹੁੰਦੀ ਆ ਨਾ, ਤਾਂ ਉਹਦੇ ਉੱਤੇ ਇੱਕ ਬੰਬ ਸੁੱਟਤਾ ਇਹਨਾਂ ਨੇ ਜਾ ਕੇ। ਮੌਕਾ ਉਸ ਟਾਈਮ ਦੇ ਉੱਤੇ ਜਦੋਂ ਉਹੀ 1911 ਦੇ ਵਿੱਚ, ਠੀਕ ਹੈ ਜੀ, 1911 ਤੋਂ ਬਾਅਦ ਜਦੋਂ ਉਹਨਾਂ ਨੇ ਕਲਕੱਤੇ ਤੋਂ ਦਿੱਲੀ ਤਬਦੀਲ ਕਰਨ ਦਾ ਜਦੋਂ ਚੱਲ ਰਿਹਾ ਸੀ, ਪ੍ਰੋਸੈਸ ਚੱਲ ਰਿਹਾ ਸੀ, ਉਸ ਟਾਈਮ ਦੀ ਗੱਲ ਹੈ, ਠੀਕ ਹੈ ਜੀ। ਸੋ ਇਹਦੇ ਵਿੱਚ ਇਸੇ ਤਰ੍ਹਾਂ ਲਾਰਡ ਹਾਰਡਿੰਗ ਤਾਂ ਇਹਦੇ ਵਿੱਚ ਜ਼ਖਮੀ ਹੋ ਗਿਆ, ਪਰ ਉਹਦਾ ਜਿਹੜਾ ਇੱਕ ਸੇਵਾਦਾਰ ਸੀ ਉਹ ਮਾਰਿਆ ਗਿਆ ਸੀ। ਸੋ ਇਹਦੇ ਵਿੱਚ ਜਾਣੀ ਕਿ ਇਹਨਾਂ ਨੇ ਅਟੈਕ ਵੀ ਉਸ ਟਾਈਮ ਦੇ ਉੱਤੇ 2-3 ਵਾਰ ਅਟੈਕ ਕੀਤੇ ਸੀ ਆਪਣੇ ਭਾਰਤੀ ਕ੍ਰਾਂਤੀਕਾਰੀਆਂ ਨੇ, ਪਰ ਇਹ ਸਫਲ ਨਹੀਂ ਸੀ ਹੋਏ। ਜਾਣੀ ਕਿ ਇਹਨਾਂ ਨੇ ਟਰਾਈ ਬਹੁਤ ਕੀਤੀ ਸੀ ਕਿ ਹਾਂ ਨੁਕਸਾਨ ਪਹੁੰਚਾਉਣ ਦੀ ਉਹ ਟਰਾਈ ਕੀਤੀ ਸੀ, ਬਟ ਇਹਨਾਂ ਤੋਂ ਸਹੀ ਤਰੀਕੇ ਦੇ ਨਾਲ ਉਹ ਚੀਜ਼ ਹੈਂਡਲ ਨਹੀਂ ਹੋਈ ਸੀ, ਠੀਕ ਹੈ ਜੀ। ਸੋ ਨੈਕਸਟ ਆਪਾਂ ਅੱਗੇ ਕਰਦੇ ਹਾਂ ਜੀ। ਨੈਕਸਟ ਆ ਗਿਆ ਜੀ ਸਾਡੇ ਕੋਲ ਗਦਰ ਲਹਿਰ। ਗਦਰ ਲਹਿਰ ਹੋਈ ਸੀ ਜੀ 1913 ਈਸਵੀ 'ਚ। ਇਹ ਵੀ ਤੁਸੀਂ ਮੋਸਟ ਇੰਪੋਰਟੈਂਟ ਬਣਦਾ ਵਾ। ਗਦਰ ਲਹਿਰ 1913 'ਚ ਹੋਈ। ਅਮਰੀਕਾ ਵਿੱਚ ਪ੍ਰਵਾਸੀ ਪੰਜਾਬੀਆਂ ਦੁਆਰਾ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ ਸਾਂਝੀ ਅਗਵਾਈ ਹੋਈ ਸੀ ਉਸ 'ਚ। ਅੰਦੋਲਨ ਦਾ ਉਦੇਸ਼ ਕੀ ਸੀ? ਅੰਦੋਲਨ ਦਾ ਉਦੇਸ਼ ਸੀਗਾ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਨੂੰ ਉਖਾੜ ਸੁੱਟਣ ਵਿੱਚ ਸਹਾਇਤਾ ਕਰਨਾ ਸੀ। ਜਾਣੀ ਕਿ ਅਮਰੀਕਾ ਦੇ ਵਿੱਚ ਬੈਠ ਕੇ ਉਸ ਨੂੰ ਇਹ ਉਤਸ਼ਾਹਿਤ ਕਰਦੇ ਸੀਗੇ ਭਾਰਤੀਆਂ ਨੂੰ, ਉਹਨਾਂ ਦੀ ਹੈਲਪ ਕਰਦੇ ਸੀ ਕਿ ਇਹਨਾਂ ਨੂੰ ਬ੍ਰਿਟਿਸ਼ਰ ਹਿੰਦੁਸਤਾਨ ਦੇ ਵਿੱਚੋਂ, ਭਾਰਤ ਦੇ ਵਿੱਚੋਂ ਬਾਹਰ ਹੋ ਜਾਣ, ਠੀਕ ਹੈ ਜੀ। ਸੋ ਗਦਰ ਦਾ ਹੈੱਡਕੁਆਟਰ ਆ ਕੁਐਸਚਨ ਪੇਪਰ ਦੇ ਵਿੱਚ ਆ ਜਾਂਦਾ, ਕਿੱਥੇ ਸੀਗਾ? ਸੈਨ ਫਰਾਂਸਿਸਕੋ, ਕੈਲੀਫੋਰਨੀਆ ਦੇ ਵਿੱਚ, USA ਦੇ ਵਿੱਚ, ਠੀਕ ਹੈ। ਇਹ ਤੁਸੀਂ ਯਾਦ ਕਰ ਲੈਣਾ, ਰੱਟਾ ਲਾ ਲਿਓ ਉਹਨੂੰ, ਇਹ ਕੁਐਸਚਨ ਬਹੁਤ ਵਾਰ ਰਿਪੀਟ ਹੋਇਆ, ਠੀਕ ਹੈ ਜੀ। ਗਦਰ ਪਾਰਟੀ ਦੀ ਸਥਾਪਨਾ ਜੀ ਲਾਲਾ ਹਰਦਿਆਲ ਤੇ ਸੋਹਣ ਸਿੰਘ ਭਕਨਾ ਨੇ ਕੀਤੀ ਸੀ, ਠੀਕ ਹੈ ਜੀ। ਇਹਨਾਂ ਨੇ ਕੈਨੇਡਾ ਦੇ ਸੰਯੁਕਤ ਰਾਜ ਅਤੇ ਕੈਨੇਡਾ ਵਿੱਚ 1913 'ਚ ਕੀਤੀ ਸੀ, ਠੀਕ ਹੈ ਜੀ। 1913 'ਚ ਹੋਈ ਸੀ ਇਹਦੀ। ਤੇ ਸੋਹਣ ਸਿੰਘ ਭਕਨਾ, ਆਪਾਂ ਨੂੰ ਕੁਐਸਚਨ ਆਊਗਾ ਕਿ ਇਹਨਾਂ ਦੇ ਫਾਊਂਡਰ ਕੌਣ ਸੀ? ਸੋਹਣ ਸਿੰਘ ਭਕਨਾ, ਠੀਕ ਹੈ ਜੀ। ਨੈਕਸਟ ਕਰਾਂਗੇ ਆਪਾਂ
ਗਦਰ ਲਹਿਰ ਦੇ ਮੁੱਖ ਭਾਗੀਦਾਰ ਹੋਰ ਕੌਣ ਗਦਰ ਲਹਿਰ ਦੇ ਵਿੱਚ ਸੀ? ਭਾਈ ਪ੍ਰਮਾਨੰਦ ਸੀਗੇ, ਵਿਸ਼ਨੂੰ ਗਣੇਸ਼ ਪਿੰਗਲੇ ਸੀਗੇ ਆਪਣੇ, ਤੇ ਨੈਕਸਟ ਆਪਣੇ ਸੋਹਣ ਸਿੰਘ ਭਕਨਾ, ਠੀਕ ਹੈ ਜੀ, ਜੋ ਕਿ ਫਾਊਂਡਰ ਪ੍ਰੈਜ਼ੀਡੈਂਟ ਸੀ, ਆਪਾਂ ਪੜ੍ਹ ਲਿਆ ਵਾ। ਭਗਵਾਨ ਸਿੰਘ ਗਿਆਨੀ, ਹਰਦਿਆਲ ਲਾਲਾ ਹਰਦਿਆਲ ਸੀਗੇ, ਤਾਰਕ ਨਾਥ ਦਾਸ ਸੀ, ਭਗਤ ਸਿੰਘ ਥਿੰਦ ਸੀ, ਕਰਤਾਰ ਸਿੰਘ ਸਰਾਭਾ ਵੀ ਇਹਦੇ ਮੈਂਬਰ ਸੀ, ਠੀਕ ਹੈ ਜੀ। ਅਬਦੁਲ ਹਾਫਿਜ਼ ਹੋ ਗਿਆ, ਮੁਹੰਮਦ ਵਰਤੁੱਲਾ ਹੋ ਗਿਆ, ਰਾਸ਼ ਬਿਹਾਰੀ ਬੋਸ ਤੇ ਗੁਲਾਬ ਕੌਰ ਵੀ ਸ਼ਾਮਲ ਸੀਗੇ। ਸੋ ਨੈਕਸਟ ਆਪਾਂ ਨੇ ਇਹਨਾਂ ਨੇ ਜੀ ਪਾਰਟੀ ਨੇ ਇੱਕ ਹਫ਼ਤਾਵਾਰੀ ਅਖਬਾਰ ਸ਼ੁਰੂ ਕੀਤਾ ਸੀ, ਵੀਕਲੀ ਨਿਊਜ਼ਪੇਪਰ ਦਾ ਗਦਰ, ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਕਰਨਾ। ਅਖਬਾਰ 'ਚ ਜਿਹੜੇ ਲੇਖ ਲਿਖੇ ਸੀ ਉਹ ਲਾਲਾ ਹਰਦਿਆਲ ਦੁਆਰਾ, ਲਾਲਾ ਹਰਦਿਆਲ ਇਹਨਾਂ ਦੇ ਐਡੀਟਰ ਸੀਗੇ, ਠੀਕ ਹੈ ਜੀ, ਉਹ ਲੇਖ ਲਿਖਦੇ ਸੀ ਤੇ ਇਹਦੀ ਛਪਾਈ ਦਾ ਕੰਮ ਕਰਤਾਰ ਸਿੰਘ ਸਰਾਭਾ ਕਰਦੇ ਸੀ, ਠੀਕ ਹੈ ਜੀ। ਸੋ ਇਹ ਵੀ ਤੁਸੀਂ ਯਾਦ ਕਰ ਲੈਣਾ। ਸੋਹਣ ਸਿੰਘ ਭਕਨਾ ਵਾਸ ਦਾ ਫਾਊਂਡਰ ਪ੍ਰੈਜ਼ੀਡੈਂਟ ਆਫ ਦਾ ਗਦਰ ਪਾਰਟੀ, ਇਹ ਕੁਐਸਚਨ ਤੁਸੀਂ ਯਾਦ ਕਰਨਾ। ਹੁਣੇ ਆ ਪ੍ਰੀਵੀਅਸਲੀ 2021 ਦੇ ਵਿੱਚ ਇਹ ਕੁਐਸਚਨ 2 ਵਾਰ ਰਿਪੀਟ ਹੋ ਚੁੱਕਿਆ ਪੇਪਰ ਦੇ ਵਿੱਚ, ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਕਰਨਾ। ਹੁਣ ਆ ਗਿਆ ਜੀ ਆਪਣਾ ਲਾਸਟ ਟੌਪਿਕ, ਕਾਮਾਗਾਟਾ ਮਾਰੂ ਦਾ ਜਿਹੜਾ ਇੰਸੀਡੈਂਟ ਹੋਇਆ ਸੀ 1914 ਈਸਵੀ ਦੇ ਵਿੱਚ ਹੋਇਆ ਸੀ। ਇਹ ਕਿਉਂ ਹੋਇਆ ਸੀ? ਦੇਖੋ ਜੀ, ਕਾਮਾਗਾਟਾ ਮਾਰੂ ਘਟਨਾ ਨੇ ਭਾਰਤ ਵਿੱਚ ਇੱਕ ਇਨਕਲਾਬੀ ਰਾਸ਼ਟਰਵਾਦੀ ਪ੍ਰਤੀਕਰਮ ਨੂੰ ਭੜਕਾਇਆ ਸੀ, ਠੀਕ ਹੈ ਜੀ। ਕੀ ਹੋਈ ਸੀ ਇਹ ਮੈਂ ਤੁਹਾਨੂੰ ਦੱਸ ਦਵਾਂ। ਇਹਦੇ ਵਿੱਚ ਇਹ ਇੱਕ ਨਾ ਜਾਪਾਨੀ ਸਟੀਮਸ਼ਿਪ ਸੀਗੀ, ਠੀਕ ਹੈ ਜੀ, ਇੱਕ ਜਹਾਜ਼ ਸੀਗਾ ਸਟੀਮਸ਼ਿਪ ਜਿਹੜਾ ਪਾਣੀ ਦੇ ਵਿੱਚ ਚੱਲਦਾ ਹੁੰਦਾ, ਜੋ ਕਿ 1914 ਵਿੱਚ ਹਾਂਗਕਾਂਗ ਤੋਂ ਵੈਨਕੂਵਰ ਕੈਨੇਡਾ ਜਾਪਾਨ ਦੇ ਰਾਹੀਂ ਜਾ ਰਿਹਾ ਸੀ, ਠੀਕ ਹੈ ਜੀ। ਯਾਨੀ ਹਾਂਗਕਾਂਗ ਤੋਂ ਵੈਨਕੂਵਰ ਜਾ ਰਿਹਾ ਸੀ, ਜਾਪਾਨੀ ਜਹਾਜ਼ ਸੀਗਾ ਇਹ, ਸਟੀਮਸ਼ਿਪ ਸੀਗਾ। ਇਸ ਜਹਾਜ਼ ਵਿੱਚ ਜ਼ਿਆਦਾਤਰ ਸਿੱਖ ਅਤੇ ਪੰਜਾਬੀ ਮੁਸਲਮਾਨ ਯਾਤਰੀ ਸਵਾਰ ਸਨ। 376 ਮੁਸਾਫਰ ਸੀਗਾ। ਆਪਾਂ ਨੂੰ ਕੁਐਸਚਨ ਆਊਗਾ ਪੇਪਰ ਦੇ ਵਿੱਚ ਕਿ ਕਿੰਨੇ ਮੁਸਾਫਰ ਸੀ ਉਸ ਟਾਈਮ ਦੇ ਉੱਤੇ ਜਦੋਂ ਲੈ ਕੇ ਜਾ ਰਿਹਾ ਸੀ? 376 ਸੀ, ਜੋ ਕਿ ਪੰਜਾਬ ਤੋਂ ਪ੍ਰਵਾਸੀ ਸੀ। ਇਹਨਾਂ ਵਿੱਚੋਂ ਸਿਰਫ 24 ਨੂੰ ਕੈਨੇਡਾ 'ਚ ਦਾਖਲਾ ਦਿੱਤਾ, ਬਾਕੀਆਂ ਨੂੰ ਕੈਨੇਡਾ ਸਰਕਾਰ ਕਹਿੰਦੀ ਵੀ ਅਸੀਂ ਦਾਖਲਾ ਨਹੀਂ ਕਰਾਂਗੇ। ਜਦੋਂ ਜਹਾਜ਼ ਵੈਨਕੂਵਰ ਪਹੁੰਚਿਆ, ਠੀਕ ਹੈ ਜੀ, ਉਸ ਸਮੇਂ ਕੈਨੇਡਾ ਵਿੱਚ ਏਸ਼ੀਆਈ ਮੂਲ ਦੇ ਪ੍ਰਵਾਸੀਆਂ ਦੇ ਦਾਖਲੇ ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਸਨ। ਯਾਨੀ ਕਿ ਜਿਹੜੇ ਏਸ਼ੀਆਈ ਮੂਲ ਦੇ ਪ੍ਰਵਾਸੀ ਸੀਗੇ ਨਾ, ਉਹ ਉਸ ਟਾਈਮ ਦੇ ਉੱਤੇ ਸੀਗਾ ਕਿ ਕੈਨੇਡਾ ਦੇ ਵਿੱਚ ਉਹ ਦਾਖਲ ਨਹੀਂ ਸੀ ਹੋ ਸਕਦੇ। ਸੋ ਇਹਨਾਂ ਨੇ ਦਾਖਲ ਕਰਵਾਤਾ। ਸੋ ਇਹਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਕੈਨੇਡਾ ਸਰਕਾਰ ਨੇ, ਇਹਦੇ ਲਈ ਮੈਂ ਤੁਹਾਨੂੰ ਇੱਕ ਪੁਆਇੰਟ ਐਡ ਕਰਦਾ, ਲਿਖਿਆ ਨਹੀਂ, ਜਿਹੜੀ ਕੈਨੇਡਾ ਸਰਕਾਰ ਆ ਨਾ, ਇਸ ਨੇ ਜਿਹੜਾ ਇਹ ਕੰਮ ਕੀਤਾ ਸੀ ਨਾ, ਇਹ ਜਿਹੜੇ ਬ੍ਰਿਟਿਸ਼ਰ ਸੀਗੇ ਨਾ, ਬ੍ਰਿਟਿਸ਼ਰਸ ਦੇ ਕਹਿਣ ਦੇ ਉੱਤੇ ਕੀਤਾ ਸੀ ਉਸ ਟਾਈਮ ਦੇ ਉੱਤੇ। ਸੋ ਇਹਦੇ ਲਈ ਪਿੱਛੇ ਜਿਹੇ ਹੁਣ ਥੋੜ੍ਹੇ ਕੁ ਟਾਈਮ ਪਹਿਲਾਂ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਆਪਣੇ ਭਾਰਤ ਤੋਂ ਮਾਫੀ ਵੀ ਮੰਗ ਲਈ ਸੀ ਵੀ ਜੋ ਵੀ ਇਹ ਇੰਸੀਡੈਂਟ ਹੋਇਆ ਸੀ, ਸੋ ਇਹ ਸਾਡੇ ਕਰਕੇ ਹੋਇਆ ਸੀ, ਸੋ ਇਹਦੇ ਲਈ ਅਸੀਂ ਮਾਫੀ ਮੰਗਦੇ ਹਾਂ, ਠੀਕ ਹੈ ਜੀ। ਸੋ ਇਹਨਾਂ ਨੇ ਕਬੂਲ ਕਰ ਲਿਆ ਸੀ ਕੈਨੇਡਾ ਨੇ। 2 ਮਹੀਨਿਆਂ ਦੀ ਰੁਕਾਵਟ ਤੋਂ ਬਾਅਦ ਜਦੋਂ ਜਹਾਜ਼ ਅਤੇ ਇਸ ਦੇ 352 ਯਾਤਰੀਆਂ ਨੂੰ ਬਾਹਰ ਕੱਢਿਆ ਗਿਆ, ਠੀਕ ਹੈ, 24 ਤਾਂ ਉੱਧਰ ਹੋ ਗਏ, ਠੀਕ ਹੈ ਜੀ। ਸੋ ਰਹਿ ਗਏ 352 ਯਾਤਰੀ। ਇਹਨਾਂ ਨੂੰ ਜਦੋਂ ਬਾਹਰ ਕੱਢਿਆ ਤਾਂ ਭਾਰਤ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ, ਠੀਕ ਹੈ ਜੀ, ਇਹ ਵੀ ਯਾਦ ਕਰਨਾ। ਯਾਨੀ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਬਾਹਰ ਕੱਢੋ, 2 ਮਹੀਨੇ ਉੱਥੇ ਰਹੇ, ਫਸੇ ਰਹੇ, ਬਾਅਦ ਉਹ ਕਹਿੰਦੇ ਵੀ ਇਹਨਾਂ ਨੂੰ ਭਾਰਤ ਭੇਜਿਆ ਜਾਵੇ। ਜਦੋਂ ਜੀ ਇਹਨਾਂ ਨੂੰ ਫਿਰ ਬਾਅਦ ਵਿੱਚ ਇਹਨਾਂ ਦਾ ਜਿਹੜਾ ਇਹ ਜਹਾਜ਼ ਸੀਗਾ ਇਹ ਸਾੜਤਾ, ਜਿਹਦੇ ਕਾਰਨ ਭਾਰਤੀ ਭਾਈਚਾਰਾ ਸੀ ਉਹ ਵੀ ਰੋਸ ਤੇ ਗੁੱਸੇ ਦੇ ਵਿੱਚ ਆ ਗਿਆ ਕਿ ਜਹਾਜ਼ ਸਾੜਤਾ ਇਹਨਾਂ ਨੇ। ਫਿਰ ਜੀ 1914 ਸਤੰਬਰ 1914 'ਚ ਜਦੋਂ ਉਹਨਾਂ ਨੂੰ ਵਾਪਸ ਇਹ ਲੈ ਕੇ ਆਏ ਨਾ, ਕਲਕੱਤੇ ਪੁੱਜਿਆ, ਤਾਂ ਯਾਤਰੀਆਂ ਨੂੰ ਪੰਜਾਬ ਜਾਣ ਵਾਲੀ ਰੇਲ ਗੱਡੀ ਲੈਣ ਲਈ ਕਿਹਾ ਗਿਆ। ਉਹ ਕਹਿੰਦੇ ਪੰਜਾਬ ਜਾਣ ਲਈ ਰੇਲ ਗੱਡੀ ਲੈਣ ਲਈ ਕਿਹਾ ਗਿਆ, ਕਲਕੱਤੇ ਉਤਾਰਿਆ ਗਿਆ ਸੀ। ਜਦੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਤਾਂ ਸੰਘਰਸ਼ ਵਿੱਚ 22 ਲੋਕਾਂ ਦੀ ਮੌਤ ਹੋ ਗਈ। ਜਾਣੀ ਕਿ 22 ਲੋਕ ਉਸ ਟਾਈਮ ਦੇ ਉੱਤੇ ਜਿਹੜੇ ਸੀਗੇ, ਉਸ ਦੇ ਵਿੱਚ ਨਿਹੱਥੇ ਲੋਕਾਂ ਦੇ ਉੱਤੇ ਅਟੈਕ ਕਰਕੇ ਇਹਨਾਂ ਨੇ ਬ੍ਰਿਟਿਸ਼ਰਸ ਨੇ ਉਹਨਾਂ ਦੀ ਜਾਨ ਲੈ ਲਈ ਸੀ, ਠੀਕ ਹੈ ਜੀ। ਸੋ ਇਹ ਇੰਸੀਡੈਂਟ ਆ। ਸੋ ਆ ਆਪਣਾ ਇੰਗਲਿਸ਼ ਦੇ ਵਿੱਚ ਵੀ ਤੁਹਾਡਾ ਸਾਰਾ ਸੇਮ ਟੂ ਸੇਮ ਦਿੱਤਾ ਹੋਇਆ। ਅਗਰ ਕੋਈ ਵੀ ਸਟੂਡੈਂਟ ਇੰਗਲਿਸ਼ ਦੇ ਵਿੱਚ ਪੜ੍ਹਨਾ ਚਾਹੁੰਦਾ ਵਾ ਤਾਂ ਉਹ PDF ਮੈਂ ਸ਼ੇਅਰ ਕਰ ਦੇਵਾਂਗਾ ਕਲਾਸ ਤੋਂ ਬਾਅਦ। ਸੋ ਤੁਸੀਂ ਸਾਰਾ ਪੜ੍ਹ ਲੈਣਾ ਐਜ਼ ਇਟ ਹੀ, ਇੱਦਾਂ ਹੀ ਯਾਦ ਕਰਨਾ ਹੈ ਤੁਸੀਂ, ਠੀਕ ਹੈ ਜੀ। ਹੁਣ ਆਪਾਂ MCQ ਕਰ ਰਹੇ ਹਾਂ ਜੀ 1909 ਤੋਂ ਲੈ ਕੇ 1914 ਤੱਕ ਜੋ ਵੀ MCQ ਬਣ ਸਕਦੇ ਨੇ ਪੇਪਰ ਦੇ ਵਿੱਚ ਜਾਂ ਬਣਨਗੇ, ਜੋ ਵੀ ਬਣਨਗੇ, ਠੀਕ ਹੈ ਜੀ। ਸੋ ਇਹ ਆਪਾਂ ਜੋ MCQ ਨੇ ਨਾ, ਹਜੇ ਆਪਾਂ ਸਿਰਫ ਘੱਟ MCQ ਲੈ ਕੇ ਆਏ ਹਾਂ। ਇਸ ਤੋਂ ਬਾਅਦ ਜਦੋਂ ਇਹ ਆਪਣਾ ਕੋਰਸ ਪੂਰਾ ਹੋ ਜਾਏਗਾ ਤਾਂ ਇਹਦਾ ਜੋ ਵੀ ਪ੍ਰੀਵੀਅਸ ਈਅਰ ਪੇਪਰ ਹੋ ਗਏ, ਜੋ ਵੀ ਹਰੇਕ ਸਬਜੈਕਟ ਦੇ ਆਪਾਂ ਅਲੱਗ-ਅਲੱਗ MCQ ਲੈ ਕੇ ਆਵਾਂਗੇ, ਇੰਗਲਿਸ਼ ਪੰਜਾਬੀ ਦੋਨਾਂ 'ਚ। ਫਾਦਰ ਆਫ ਕਮਿਊਨਲ ਇਲੈਕਟੋਰੇਟ ਦੇ ਕਿਸ ਨੂੰ ਕਿਹਾ ਜਾਂਦਾ? ਸੋ ਇਹ ਆਪਾਂ ਕਰ ਚੁੱਕੇ ਹਾਂ ਜੀ, ਲਾਰਡ ਮਿੰਟੋ ਨੂੰ ਕਿਹਾ ਜਾਂਦਾ, ਠੀਕ ਹੈ ਜੀ। ਸੋ ਇਹਨਾਂ ਨੇ ਇੱਕ ਵੱਖਰਾ ਜੋ ਇਹਨਾਂ ਨੇ ਇਲੈਕਸ਼ਨ ਕਰਵਾਏ ਸੀ ਕਿ ਮੁਸਲਿਮ ਵੋਟਰਸ ਨੂੰ ਮੁਸਲਿਮ ਹੀ ਉਹ ਕਰ ਸਕਦੇ ਨੇ, ਠੀਕ ਹੈ ਜੀ, ਵੋਟ ਦੇ ਸਕਦੇ ਨੇ। ਸੋ ਨੈਕਸਟ ਆਪਣਾ ਦੂਸਰਾ ਆ ਗਿਆ ਮੌਰਲੀ ਮਿੰਟੋ ਸੁਧਾਰ ਜਿਹੜੇ ਸੀਗੇ ਜੀ, ਠੀਕ ਹੈ ਜੀ। ਮੌਰਲੀ ਮਿੰਟੋ ਸੁਧਾਰ ਜਿਹੜੇ ਹੋਏ ਸੀਗੇ 1909 ਪੈ ਗਿਆ, 1909 ਦੇ ਵਿੱਚ ਹੋਏ ਸੀਗੇ, ਠੀਕ ਹੈ ਜੀ। ਇਹਦੇ ਵਿੱਚ ਕੀ ਹੋਇਆ ਸੀ 1909 ਦੇ ਵਿੱਚ? ਕਿਹੜਾ ਕਥਨ ਸੱਚ ਹੈ ਇਹਦਾ? ਸਤਿੰਦਰ ਪ੍ਰਸਾਦ ਸਿਨਹਾ ਜਿਹੜੇ ਸੀਗੇ ਜੀ, ਇਹ ਵਾਇਸਰਾਏ ਦੀ ਕਾਰਜਕਾਰੀ ਵਿੱਚ ਸ਼ਾਮਲ ਹੋਏ ਸੀ। ਹਾਂਜੀ ਬਿਲਕੁਲ ਹੋਏ ਸੀ, ਬਿਲਕੁਲ ਸਹੀ ਹੈ ਜੀ। ਸੁਧਾਰਾਂ ਨੇ ਵੱਖਰੇ ਵੋਟਰਾਂ ਦੀ ਸ਼ੁਰੂਆਤ ਕੀਤੀ, ਬਿਲਕੁਲ ਸਹੀ ਹੈ। ਸੈਪਰੇਟ ਇਲੈਕਟੋਰੇਟ ਦੀ ਸਥਾਪਨਾ ਕੀਤੀ। ਸੋ ਇਹ ਦੋਨੇ ਹੀ ਸਹੀ ਹੋ ਜਾਏਗਾ। ਸੋ ਆਪਣਾ ਇਹ ਕੁਐਸਚਨ ਬਣ ਜਾਏਗਾ ਬੋਥ A ਐਂਡ B। ਸੋ ਇਹਨੂੰ ਤੁਸੀਂ ਯਾਦ ਕਰ ਲੈਣਾ ਵਾ, ਠੀਕ ਹੈ। ਸੋ ਨੈਕਸਟ ਆਪਣਾ ਆ ਗਿਆ ਜੀ ਕਿੰਗ ਜਾਰਜ 5ਵੇਂ ਨੇ। ਕਿੰਗ ਜਾਰਜ 5ਵਾਂ ਜਿਹੜਾ ਸੀਗਾ 12 ਦਸੰਬਰ 1911 ਨੂੰ ਦਿੱਲੀ ਦਰਬਾਰ ਵਿੱਚ ਆਪਣੀ ਤਾਜਪੋਸ਼ੀ ਮੌਕੇ ਕਿਹੜਾ ਐਲਾਨ ਕੀਤਾ ਸੀ? ਦੱਸੋ ਜੀ। ਬੰਗਾਲ ਦੀ ਵੰਡ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ, ਮੁਸਲਿਮ ਵੋਟਰਾਂ ਲਈ ਵੱਖਰਾ ਵੋਟਰ ਬਣਾਉਣ ਲਈ ਕੀਤਾ ਸੀ, ਜਾਂ ਮੁਸਲਮਾਨਾਂ ਲਈ ਵੱਖਰੇ ਵੋਟਰਾਂ ਨੂੰ ਰੱਦ ਕਰਨਾ ਸੀ, ਜਾਂ ਬੰਗਾਲ ਦੀ ਵੰਡ? ਸੋ ਇਹਦਾ ਪਰਫੈਕਟ ਆਨਸਰ ਬਣੇਗਾ ਬੰਗਾਲ ਦੀ ਵੰਡ ਨੂੰ ਰੱਦ ਕਰਨ ਦਾ ਡਿਸੀਜਨ ਲਿਆ ਸੀ। ਤੇ ਇੱਕ ਕਲਕੱਤਾ ਜੋ ਆਪਣੀ ਕੋਲਕਾਤਾ ਰਾਜਧਾਨੀ ਸੀ ਉਹਨੂੰ ਦਿੱਲੀ ਸ਼ਿਫਟ ਕੀਤਾ ਗਿਆ ਸੀ, ਠੀਕ ਹੈ ਜੀ। ਇਹ 2 ਹੋਏ ਸੀ, ਠੀਕ ਹੈ। ਇੰਗਲਿਸ਼ ਦੇ ਵਿੱਚ ਵੀ ਤੁਹਾਨੂੰ ਦਿੱਤਾ ਹੋਇਆ। ਹੁਣ ਜੀ ਬਰਤਾਨਵੀ ਸਰਕਾਰ ਦੀ ਬਰਤਾਨਵੀ ਭਾਰਤ ਦੀ ਰਾਜਧਾਨੀ ਨੂੰ ਸਾਲ ਡੈਸ਼ ਵਿੱਚ ਕਲਕੱਤਾ ਤੋਂ ਦਿੱਲੀ 'ਚ ਤਬਦੀਲ ਕੀਤਾ ਗਿਆ ਸੀ, ਠੀਕ ਹੈ। ਸੋ ਇਹ ਆਪਾਂ ਕਰ ਚੁੱਕੇ ਹਾਂ 1911 ਦੇ ਵਿੱਚ ਕੀਤਾ ਗਿਆ ਸੀ, ਠੀਕ ਹੈ ਜੀ।
ਲਾਹੌਰ ਸਾਜ਼ਿਸ਼ ਕੇਸ ਦੱਸੋ ਜੀ। ਲਾਹੌਰ ਦਿੱਲੀ ਕੌਨਸਪਰੈਂਸੀ ਕੇਸ ਜਿਹੜਾ ਹੋਇਆ ਸੀ 1912 'ਚ, ਉਹਦਾ ਮੁੱਖ ਦੋਸ਼ੀ ਕੌਣ ਸੀ? ਇਹ ਆਪਾਂ ਕਰ ਚੁੱਕੇ ਹਾਂ, ਰਾਸ ਬਿਹਾਰੀ ਬੋਸ ਇਹਦੇ ਮੁੱਖ ਦੋਸ਼ੀ ਸੀਗੇ। ਠੀਕ ਹੈ ਜੀ। ਸੋ ਨੈਕਸਟ ਆਪਣਾ ਆ ਗਿਆ ਜੀ 1908 'ਚ ਪ੍ਰਫੁੱਲ ਚਾਕੀ ਅਤੇ ਖੁੱਦੀ ਰਾਮ ਬੋਸ ਨੇ ਇੱਕ ਬ੍ਰਿਟਿਸ਼ ਅਫਸਰ ਨੂੰ ਮਾਰਨ ਲਈ ਕਿਸ ਰਾਜ ਦੇ ਸਥਾਨ 'ਤੇ ਇੱਕ ਘਰ, ਦੇਖੋ ਜੀ ਜਾਣੀ ਕਿ ਮੈਂ ਇਹੀ ਤੁਹਾਨੂੰ ਕਹਿ ਰਿਹਾ ਕਿ ਬਾਰ-ਬਾਰ ਇਹਨਾਂ ਨੇ ਉਸ ਟਾਈਮ ਦੇ ਉੱਤੇ ਵੀ ਟਰਾਈ ਕਰਦੇ ਹੁੰਦੇ ਸੀ ਕਿ ਇਹ ਆਪਣਾ ਵੀ ਬ੍ਰਿਟਿਸ਼ਰ 'ਤੇ ਅਟੈਕ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਥੋੜ੍ਹਾ ਜਿਹਾ ਡਰਾਇਆ ਜਾ ਸਕੇ। ਸੋ ਇਹ ਬਿਹਾਰ ਦਾ ਸੀਗਾ। ਠੀਕ ਆ, ਆਪਾਂ ਨੂੰ ਅਗਰ ਕੁਐਸਚਨ ਆਵੇ ਕਿ ਇਹ ਕਿਹੜੇ 1908 ਦੇ ਵਿੱਚ ਕਿੱਥੇ ਸੱਟਿਆ ਗਿਆ ਸੀ, ਬਿਹਾਰ ਦੇ ਵਿੱਚ ਸੱਟਿਆ ਗਿਆ। ਸੋ ਇਹ ਕੁਐਸਚਨ ਵੀ ਰਿਪੀਟ ਹੋਇਆ ਕੁਐਸਚਨ ਹੈ। ਠੀਕ ਹੈ ਜੀ। ਨੈਕਸਟ ਆ ਗਿਆ ਜੀ ਸਾਡੇ ਕੋਲੇ, ਨੈਕਸਟ ਕੁਐਸਚਨ ਸਾਡੇ ਕੋਲ ਆ ਗਿਆ, ਗਦਰ ਪਾਰਟੀ ਦੀ ਸਥਾਪਨਾ ਕਿਸ ਸਥਾਨ 'ਤੇ ਹੋਈ? ਸੈਨ ਫਰਾਂਸਿਸਕੋ ਦੇ ਵਿੱਚ ਹੋਈ ਸੀ। ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਕਰ ਲੈਣਾ ਵਾ। ਠੀਕ ਹੈ ਜੀ। ਸੋ ਇਹ ਸਾਰਾ ਦੱਸਦਾ ਗਦਰ ਪਾਰਟੀ ਬਾਰੇ। ਸੈਨ ਫਰਾਂਸਿਸਕੋ ਆਪਣਾ USA ਦੇ ਵਿੱਚ 1913 'ਚ ਹੋਈ ਸੀ। ਸੋ ਇਹ ਸਹੀ ਆਪਸ਼ਨ ਬਣ ਜਾਂਦਾ। ਹੂ ਵਾਜ਼ ਦਾ ਫਾਊਂਡਰ ਪ੍ਰੈਜ਼ੀਡੈਂਟ ਆਫ ਗਦਰ ਪਾਰਟੀ? ਗਦਰ ਪਾਰਟੀ ਦਾ ਫਾਊਂਡਰ ਪ੍ਰੈਜ਼ੀਡੈਂਟ ਜਿਹੜਾ ਮੈਂ ਤੁਹਾਨੂੰ ਕਹਿੰਦਾ ਬਹੁਤ ਜ਼ਿਆਦਾ ਰਿਪੀਟ ਹੁੰਦਾ ਕੁਐਸਚਨ, ਸੋਹਣ ਸਿੰਘ ਭਕਨਾ। ਇਹ ਤੁਸੀਂ ਯਾਦ ਕਰਨਾ ਵਾ। ਠੀਕ ਹੈ। ਨੈਕਸਟ ਕੁਐਸਚਨ ਆ ਗਿਆ ਜੀ ਸਾਡੇ ਕੋਲੇ, ਕਾਮਾਗਾਟਾਮਾਰੂ ਕੀ ਸੀ? ਵਾਟ ਇਜ਼ ਕਾਮਾਗਾਟਾਮਾਰੂ? ਇਹ ਵੀ ਕੁਐਸਚਨ ਬਹੁਤ ਵਾਰ ਰਿਪੀਟ ਹੋਇਆ ਵਾ। ਇੱਕ ਪੋਲੀਟੀਕਲ ਪਾਰਟੀ ਸੀ, ਇੱਕ ਪੀਜ਼ੈਂਟ ਕਮਿਊਨਲ ਲੀਡਰ ਸੀਗਾ ਚਾਈਨਾ ਦਾ, ਇਹ ਨਾਵਲ ਸ਼ਿਪ ਸੀਗੀ ਜਿਹੜੀ ਕਿ ਵੋਇਗਾ ਤੋਂ ਕੈਨੇਡਾ ਜਾ ਰਹੀ, ਜਾਂ ਇਹ ਚਾਈਨੀਜ਼ ਵਿਲੇਜ ਵੇਅਰ ਮਾਊਸ ਤਸੀ ਯੋਂਗ ਹੈਜ਼ ਬੀਨ, ਸੋ ਇਹ ਆਪਾਂ ਕੀਤਾ ਕਿ ਇੱਕ ਨਾਵਲ ਸ਼ਿਪ ਸੀਗੀ ਜਿਹੜੀ ਕਿ ਵੋਇਗਾ ਤੋਂ ਕੈਨੇਡਾ ਜਾ ਰਹੀ ਸੀ। ਠੀਕ ਹੈ ਜੀ। ਨੈਕਸਟ ਆਪਣਾ ਆ ਗਿਆ ਜੀ ਕੈਨੇਡਾ ਦੀ ਯਾਤਰਾ ਦਾ ਸਮੁੰਦਰੀ ਜਹਾਜ਼। ਸੋ ਭਾਰਤ ਦੇ ਪੂਰਵ ਇਤਿਹਾਸ ਵਿੱਚ ਕਾਮਾਗਾਟਾਮਾਰੂ ਕੀ ਸੀ? ਠੀਕ ਹੈ, ਉਹੀ ਦੁਬਾਰਾ ਫਿਰ ਆ ਗਈ, ਜਿਹਨੇ ਘੁਮਾ ਕੇ ਪੁੱਛ ਲੈਣਗੇ ਉਹ ਕੁਐਸਚਨ। ਇਹ ਇੱਕ ਭਾਰਤੀ ਸਟੀਮਸ਼ਿਪ ਸੀ ਜੋ ਕਿ ਮੁਸਲਮਾਨ ਯਾਤਰੀਆਂ ਨੂੰ ਜਾਪਾਨ ਲਈ ਰਵਾਨਾ ਹੋਈ ਸੀ। ਇਹ ਇੱਕ ਜਾਪਾਨੀ ਸਟੀਮਸ਼ਿਪ ਸੀ ਜੋ ਪੰਜਾਬ ਤੋਂ ਪ੍ਰਵਾਸੀਆਂ ਨੂੰ ਕੈਨੇਡਾ ਲਈ ਰਵਾਨਾ ਹੋਈ ਸੀ। ਸੋ ਇਹ ਬਿਲਕੁਲ ਸਹੀ ਆ, ਜਾਪਾਨੀ ਸਟੀਮਸ਼ਿਪ ਸੀਗੀ ਇਹ ਜਿਹੜੀ ਕਿ ਪੰਜਾਬ ਤੋਂ ਪ੍ਰਵਾਸੀਆਂ ਨੂੰ ਲੈ ਕੇ ਕੈਨੇਡਾ ਲਈ ਰਵਾਨਾ ਹੋਈ ਸੀ। ਸੋ ਇਹ ਕੁਐਸਚਨ ਆਪਣਾ B ਸਹੀ ਬਣ ਗਿਆ। ਸੋ ਇੰਗਲਿਸ਼ ਦੇ ਵਿੱਚ ਵੀ ਦਿੱਤਾ ਹੋਇਆ। ਹੁਣ ਇਹ ਜਿਹੜੇ ਪੁਆਇੰਟ ਮੈਂ ਤੁਹਾਨੂੰ ਦਿੱਤੇ ਹੋਏ ਕਿ ਰਿਮੈਂਬਰ ਕਰਨ ਲਈ, ਸੋ ਇਹ ਤੁਸੀਂ ਮੈਥ ਦੀ ਕਾਲਮ ਦੇ ਵਿੱਚ ਆ ਸਕਦਾ। ਪਰ ਦਿੱਲੀ ਦਰਬਾਰ ਕਦੋਂ ਹੋਇਆ ਸੀ? 1911 'ਚ। ਲਾਹੌਰ ਕੌਨਸਪਰੈਂਸੀ ਕੇਸ ਕਦੋਂ ਹੋਇਆ ਸੀ? 1912 'ਚ। ਗਦਰ ਪਾਰਟੀ ਕਦੋਂ ਫਾਊਂਡ ਹੋਈ ਸੀ? 1913 'ਚ। ਕਾਮਾਗਾਟਾਮਾਰੂ ਇੰਸੀਡੈਂਟ ਕਦੋਂ ਹੋਇਆ ਸੀ? 1914। ਇਹ ਐਜ਼ ਇਟ ਤੁਸੀਂ ਡੇਟਸ ਯਾਦ ਕਰਨੀਆਂ। ਠੀਕ ਹੈ ਜੀ। ਸੋ ਇਹ ਕਲਾਸ ਆਪਣੀ ਖਤਮ ਹੋ ਚੁੱਕੀ ਹੈ। ਇੰਗਲਿਸ਼ ਦੀ ਆਪਣੀ ਇੰਗਲਿਸ਼ ਤੇ ਪੰਜਾਬੀ ਦੋਵਾਂ ਦੇ ਵਿੱਚ ਆਪਾਂ ਕੀਤੀ ਹੈ ਇਹ ਕਲਾਸ। ਸੋ ਹੁਣ ਆਪਾਂ ਕਲਾਸ ਨੰਬਰ 7 ਕਰਾਂਗੇ ਜੀ ਇੰਡੀਅਨ ਫਰੀਡਮ ਸਟਰਗਲ ਦੇ ਵਿੱਚ 1914 ਤੋਂ ਲੈ ਕੇ 1918 ਦੇ ਵਿੱਚ, ਜਦੋਂ 1915 'ਚ ਮਹਾਤਮਾ ਗਾਂਧੀ ਭਾਰਤ ਆ ਗਏ ਸੀ, ਉਹ ਵੀ ਆਪਾਂ ਕਵਰ ਕਰਾਂਗੇ। ਅਤੇ 1916 ਦੇ ਵਿੱਚ ਜੋ ਲਖਨਊ ਪੈਕਟ ਹੋਇਆ ਸੀ, ਜੋ 1915-16 ਦੇ ਵਿੱਚ ਜੋ ਹੋਮ ਰੂਲ ਲੀਗ ਮੂਵਮੈਂਟ ਹੋਈ ਸੀ, ਉਹ ਵੀ ਆਪਾਂ ਕਵਰ ਕਰ ਲਾਂਗੇ। ਠੀਕ ਹੈ ਜੀ। ਸੋ ਨੈਕਸਟ ਆਪਣੀ ਕਲਾਸ ਇਹੀ ਹੋਈ। ਸੋ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਠੀਕ ਹੈ ਜੀ। ਇਹ ਕਲਾਸ ਬਣਾਉਣ ਲਈ ਮੈਨੂੰ ਘੱਟ ਤੋਂ ਘੱਟ 3 ਘੰਟੇ ਲੱਗੇ ਆ। ਠੀਕ ਹੈ ਜੀ। ਸੋ ਕੰਟੈਂਟ ਬਹੁਤ ਔਖਾ ਤਿਆਰ ਹੁੰਦਾ ਵਾ। ਸੋ ਤੁਸੀਂ ਪਲੀਜ਼ ਤੁਸੀਂ ਇਹਨੂੰ ਚੈਨਲ ਨੂੰ ਆਪਣੇ ਨੂੰ, ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। ਠੀਕ ਹੈ ਜੀ। ਸੋ ਸ਼ੇਅਰ ਕਰਿਓ। ਸੋ ਟੈਲੀਗ੍ਰਾਮ ਚੈਨਲ ਦੇ ਉੱਤੇ ਆਪਣੇ ਦੇ ਉੱਤੇ ਤੁਹਾਨੂੰ ਫ੍ਰੀ PDF ਮਿਲ ਜਾਵੇਗੀ। ਠੀਕ ਹੈ ਜੀ। ਸੋ ਠੀਕ ਹੈ ਜੀ। ਓਕੇ ਜੀ, ਥੈਂਕ ਯੂ। ਨਵੀਂ ਕਲਾਸ ਆਪਾਂ ਬਹੁਤ ਜਲਦੀ ਲੈ ਕੇ ਆਵਾਂਗੇ। ਧੰਨਵਾਦ ਜੀ।